ਦੋਸਤੋ ਅਸੀਂ ਅੱਜ ਸ਼ਗੁਫਤਾ ਜੀ ਦੀ ਅੰਮੀ ਨੂੰ ਟ੍ਰਿਬਿਊਟ ਦੇਣਾ ਚਾਹ ਰਹੇ ਹਾਂ। ਇਹਨਾਂ ਦੀ ਵਾਲਦਾ ਬਹੁਤ ਹੀ ਅਜ਼ੀਮ ਹਸਤੀ ਸਨ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਮੁਖਤਸਰ ਜਿਹਾਈ ਦੱਸਣਾ ਚਾਹੁੰਦੀ ਹਾਂ। ਤੋਂ ਪਹਿਲੇ ਤੇ ਸਾਡੇ ਸਾਰੇ ਗਰੁੱਪ ਵੱਲੋਂ ਗੁਫਤਾ ਜੀ ਨੂੰ, ਉਹਨਾਂ ਦੀ ਫੈਮਿਲੀ ਨੂੰ, ਉਹਨਾਂ ਦੇ ਬੱਚਿਆਂ ਨੂੰ ਸਾਡਾ ਸਭ ਦਾ ਸਾਥ, ਸਾਡੇ ਸਭ ਵੱਲੋਂ ਦੁੱਖ ਵਿੱਚ ਬਰਾਬਰ ਸ਼ਰੀਕ ਹੋਣ ਦਾ ਇੱਕ ਅਹਿਸਾਸ ਅਸੀਂ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ ਔਰ ਅਸੀਂ ਤੁਹਾਡੇ ਨਾਲ ਹਾਂ। ਸ਼ਗੁਫਤਾ ਜੀ ਦੀ ਅੰਮੀ ਦਾ ਨਾਂ ਕਨੀਜ਼ ਅਖਤਰ ਸੀ। ਕਨੀਜ਼ ਅਖਤਰ ਆਪਣੇ ਵਾਲਦ ਤਫੈਲ ਖਾਨ ਤੇ ਅੰਮੀ ਜੀ ਖਤੀਜਾ ਬੇਗਮ ਦੇ ਘਰ 1 ਜਨਵਰੀ 1939 ਵਿੱਚ ਇੰਡੀਆ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬ੍ਰਹਮਪੁਰ ਵਿੱਚ ਪੈਦਾ ਹੋਏ। ਇਹਨਾਂ ਦੇ ਵਾਲਦ ਬ੍ਰਹਮਪੁਰ ਦੇ ਬੜੇ ਵੱਡੇ ਜ਼ਿਮੀਂਦਾਰ ਸਨ। ਪਾਕਿਸਤਾਨ ਬਣਨ ਤੋਂ ਬਾਅਦ ਇਹ ਜ਼ਿਲ੍ਹਾ ਸਿਆਲਕੋਟ ਵਿੱਚ ਆ ਵਸੇ। ਕਨੀਜ਼ ਅਖਤਰ ਪੜ੍ਹਨ ਦੇ ਬਹੁਤ ਸ਼ੌਕੀਨ ਸਨ। ਇਸੇ ਖਾਤਰ ਉਹ ਆਪਣੇ ਵੱਡੇ ਭਰਾ ਕੋਲ ਸਰਗੋਦਾ ਚਲੇ ਗਏ ਔਰ ਉੱਥੇ ਉਹਨਾਂ ਨੇ 6ਵੀਂ ਜਮਾਤ ਤੱਕ ਪੜ੍ਹਿਆ। ਜਦ ਉਹਨਾਂ ਦੀ ਵਾਲਦਾ ਦਾ ਇੰਤਕਾਲ ਹੋਇਆ ਤੇ ਉਹ ਮੁੜ ਆਪਣੇ ਵਾਲਦ ਕੋਲ ਜ਼ਿਲ੍ਹਾ ਸਿਆਲਕੋਟ ਦੇ ਕਸਬੇ ਸ਼ਕਰਗੜ੍ਹ ਆ ਗਈਆਂ। 15 ਸਾਲ ਦੀ ਉਮਰ ਵਿੱਚ ਉਹਨਾਂ ਦੀ ਸ਼ਾਦੀ ਸਲੀਮ ਖਾਨ ਗਿੰਮੀ ਹੋਰਾਂ ਨਾਲ ਹੋਈ। ਉਹਨਾਂ 3 ਪੁੱਤਰ ਤੇ 3 ਧੀਆਂ ਨੂੰ ਜਨਮ ਦਿੱਤਾ ਤੇ ਇੱਕੋ ਜਿਹੀ ਧੀਆਂ ਪੁੱਤਰਾਂ ਨੂੰ ਆਲਾ ਤਾਲੀਮ ਤੋਂ ਹੀ ਨਵਾਜ਼ਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਆਪਣੀ ਤਾਲੀਮ ਹਾਸਲ ਕਰਨ ਦਾ ਚਾਅ ਆਪਣੇ ਬੱਚਿਆਂ ਰਾਹੀਂ ਪੂਰਾ ਕੀਤਾ। ਕਨੀਜ਼ ਅਖਤਰ ਜੀ ਬਹੁਤ ਮਿਲਨਸਾਰ, ਰੱਖ ਰਖਾਓ ਰੱਖਣ ਵਾਲੀਆਂ ਤੇ ਬੜੀਆਂ ਹੀ ਮਹਿਮਾਨ ਨਵਾਜ਼ ਸਨ। ਰੱਬ ਉਹਨਾਂ ਨੂੰ ਜੰਨਤੁਲ ਫਿਰਦੌਸ ਵਿੱਚ ਆਲਾ ਮਕਾਮ ਦੇਵੇ। ਮਾਵਾਂ ਕੀ ਹੁੰਦੀਆਂ ਨੇ? ਮਾਵਾਂ ਮੋਹ ਨੇ, ਮੋਹ ਪਿਆਰ। ਮਾਵਾਂ ਮੋਹ ਨੇ, ਮੋਹ ਕਦੀ ਮਰਦਾ ਨਹੀਂ। ਮਾਵਾਂ ਲੌ ਨੇ, ਲੌ ਹਨੇਰਾ ਬਣਦਾ ਨਹੀਂ। ਮਾਵਾਂ ਸਦਾ ਹੀ ਬੱਚਿਆਂ ਦੀਆਂ ਰਗਾਂ ਵਿੱਚ ਲਹੂ ਬਣ ਵਗਦੀਆਂ ਨੇ। ਉਹਨਾਂ ਦੀਆਂ ਅੱਖੀਆਂ ਵਿੱਚ ਨਵੀਂ ਸਵੇਰ ਲੱਭਦੀਆਂ ਨੇ। ਜੇ ਕਦੀ ਅਸੀਂ ਗੌਰ ਨਾਲ ਸੁਣੀਏ, ਮਾਵਾਂ ਬਾਲਾਂ ਨਾਲ ਹੀ ਰੋਂਦੀਆਂ ਹੱਸਦੀਆਂ ਨੇ। ਜੇ ਸੱਚ ਆਖਾਂ ਤੇ ਮਾਵਾਂ ਅਸਲ ਜੀਵਨ ਨੇ, ਜਿਹੜੀਆਂ ਸਦਾ ਬੱਚਿਆਂ ਦੇ ਸਾਹਾਂ ਦੇ ਵਿੱਚ ਵਸਦੀਆਂ ਨੇ। ਸ਼ਗੁਫਤਾ ਜੀ, ਅੰਮੀ ਕਿਧਰੇ ਗਈ ਨਹੀਂ, ਉਹ ਤੁਹਾਡੀਆਂ ਸਾਹਾਂ ਵਿੱਚ ਵਸਦੇ। ਮੈਂ ਮੌਕਾ ਦਿਆਂਗੀ ਆਪਣੀਆਂ ਸਖੀਆਂ ਨੂੰ ਕਿ ਉਹ 1-1 ਮਿੰਟ ਲੈ ਸਕਦੀਆਂ ਨੇ, ਉਹਨਾਂ ਦੇ ਉਹ ਜੋ ਵੀ ਆਖਣਾ ਚਾਹਣ ਕਿ ਉਹਨਾਂ ਦੇ ਖਿਆਲ ਵਿੱਚ ਮਾਵਾਂ ਕੀ ਹੁੰਦੀਆਂ ਨੇ ਔਰ ਉਹਨਾਂ ਦੇ ਕੀ ਜਜ਼ਬਾਤ ਨੇ ਇਹਨਾਂ ਦੀ ਵਾਲਦਾ ਦੇ। ਜਿਹੜੀ ਵੀ ਸਾਥੀ ਬੋਲਣਾ ਚਾਹੇ ਉਹ ਬੋਲ ਸਕਦੀ ਹੈ, ਤਾਂ ਜੇ ਕਿ ਫਿਰ ਅਸੀਂ ਆਪਣੀ ਸਾਂਝ ਇਹਨਾਂ ਨਾਲ ਬਣਾ ਸਕੀਏ। ਬਸ ਮੈਂ ਤਾਂ ਇਤਨਾ ਹੀ ਕਹਾਂਗੀ ਕਿ ਜਦੋਂ ਮਾਂ ਚਲੀ ਜਾਣੀ ਨਾ, ਤੇ ਇੱਕ ਤੇ ਤੁਹਾਨੂੰ ਇਹ ਅਹਿਸਾਸ ਹੋਣਾ ਹੈ ਕਿ ਇੱਕ ਤੁਹਾਡੀ ਹਾਰਟ ਲਾਈਨ ਸੀ। ਜਦੋਂ ਕਈ ਦਫਾ ਤੁਸੀਂ ਆਪਣੀ ਮਾਂ ਨਾਲ ਕਈ ਚੀਜ਼ਾਂ ਸ਼ੇਅਰ ਨਹੀਂ ਕਰ ਸਕਦੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਬਹੁਤ ਦੂਰ ਹੈ, ਉਹਨੂੰ ਦੁੱਖ ਕਰਨਾ ਕੀ ਫਾਇਦਾ ਹੋਏਗਾ, ਉਹਨੂੰ ਕੋਈ ਬੱਚਿਆਂ ਨਾਲ ਕੋਈ ਮਸਲਾ ਹੋਏਗਾ। ਕਿਉਂਕਿ ਮੇਰੀ ਬੇਟੀ ਕਾਫੀ ਬਿਮਾਰ ਸੀ ਜਦੋਂ 7 ਸਾਲ ਦੀ ਸੀ ਤੇ ਮੇਰੀ ਉਸ ਵਕਤ ਉਮਰ 32 ਈਅਰ ਸੀ। ਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣੀ ਮਾਂ ਨਾਲ ਸ਼ੇਅਰ ਕਰਾਂ ਕਿ ਮੇਰੀ ਧੀ ਬਹੁਤ ਬਿਮਾਰ ਹੈ, ਮਗਰ ਫਿਰ ਮੈਂ ਕਹਿ ਨਹੀਂ ਸਕੀ ਕਿ ਮੇਰੀ ਮਾਂ ਕਿਉਂ ਪਰੇਸ਼ਾਨ ਹੋਏਗੀ ਇਤਨੇ ਦੂਰ, ਤੇ ਮੈਂ ਉਹਨਾਂ ਨੂੰ ਨਹੀਂ ਦੱਸਿਆ। ਫਿਰ ਜਦੋਂ ਮੈਂ ਉਹਨਾਂ ਨੂੰ ਦੱਸਿਆ ਤੇ ਉਹ ਸਿੱਧਾ ਆਪਣਾ ਪਾਸਪੋਰਟ ਲੈ ਕੇ ਤੇ ਬ੍ਰਿਟਿਸ਼ ਐਮਬੈਸੀ ਚਲੇ ਗਏ ਤੇ ਉਹਨਾਂ ਨੇ ਪੁੱਛਿਆ ਕਿ ਤੂੰ ਕਿਉਂ ਜਾਣਾ ਚਾਹਨੀ,
ਤੇ ਉਹ ਬੋਲ ਨਹੀਂ ਸਕੀ, ਉਹਨਾਂ ਨੇ ਆਂਸੂ ਤੇ ਉਹ ਕਹਿਣ ਮਾਈ ਡਾਟਰ। ਤੇ ਉਹ ਜਿਹੜਾ ਰਿਸ਼ਤਾ ਹੈ ਨਾ, ਉਹ ਚੀਜ਼ ਜਦੋਂ ਚਲੀ ਜਾ ਰਹੀ ਤੇ ਉਹ ਹਾਰਟ ਲਾਈਨ ਚਲੀ ਜਾ ਰਹੀ ਕਿ ਜਦੋਂ ਤੁਸੀਂ ਕਹੋਗੇ ਕਿ ਮੈਨੂੰ ਕੁਛ ਹੈ ਤੇ ਉਹ ਕੁਛ ਨਹੀਂ ਬੋਲੇਗੀ, ਉਹਨੇ ਕੋਲ ਇੱਕ ਹੀ ਹੋਏਗਾ ਕਿ ਮੇਰੀ ਧੀ। ਦੂਸਰਾ, ਜਦੋਂ ਮੇਰੀ ਅੰਮੀ ਫੌਤ ਹੋਏ ਤੇ ਮੈਨੂੰ ਇਹ ਲੱਗਿਆ ਕਿ ਮੇਰਾ ਰਿਸ਼ਤਾ ਜਿਹੜਾ ਹੈ ਨਾ, ਮੇਰੀ ਨਾਫ ਵਿੱਚ ਮੇਰਾ ਕੋਈ ਚੀਜ਼ ਚਲੀ ਗਈ, ਮੇਰੇ ਪੇਟ ਨਾਲ ਮੇਰਾ ਜਿਹੜਾ ਰਿਸ਼ਤਾ ਸੀ ਨਾ। ਫਿਰ ਮੈਂ ਉਸਦੇ ਬਹੁਤ ਸੋਚਿਆ ਔਰ ਉਸਦੇ ਬਾਰੇ 'ਚ ਥੋੜ੍ਹਾ ਬਹੁਤ ਆਪਣੇ ਖਿਆਲਾਤ ਨੇ ਤੌਰ 'ਤੇ ਆਪਣੀ ਡਾਇਰੀ 'ਚ ਲਿਖਿਆ ਵੀ ਕਿ ਨਾਫ ਨੇ ਜਿਹੜੀ ਤੁਸੀਂ ਕਹਿੰਦੇ ਹੋ, ਕਿਉਂਕਿ ਤੁਹਾਨੂੰ ਜਿਹੜਾ ਫੀਡ ਹੋਣੀ ਪਹਿਲੀ ਮਾਂ ਨਹੀਂ, ਉਹ ਤੁਹਾਡੀ ਨਾਫ ਦੇ ਥਰੂ ਹੋਣੀ ਹੈ। ਸੋ ਜਿਹੜਾ ਮੈਂ ਫੀਲ ਕਰਨੀ ਸੀ ਕਿ ਮੇਰਾ ਜਿਹੜਾ ਡੀਪ ਡਾਊਨ ਜਿਹੜੀ ਅੰਦਰ ਇਸ ਤਰ੍ਹਾਂ ਦੀ ਕੀ ਦਰਦ ਹੈ ਕਿ ਜੇ ਮੈਂ ਐਕਸਪਲੇਨ ਨਹੀਂ ਕਰ ਸਕਦੀ ਹਾਂ, ਮਗਰ ਉਹ ਮੈਂ ਖੁਦ ਹੀ ਦੇਖ ਸਕਦੀ ਹਾਂ, ਸੋਚ ਸਕਦੀ ਹਾਂ ਕਿ ਮੇਰਾ ਉਹ ਕਨੈਕਸ਼ਨ ਖਤਮ ਹੋ ਗਿਆ। ਤੇ ਇਹ ਦੋ ਚੀਜ਼ਾਂ ਮੇਰੇ ਨਾਲ ਮਾਂ ਤੋਂ ਬਾਅਦ ਹਮੇਸ਼ਾ ਜਦੋਂ ਵੀ ਮੇਰੇ ਕੋਈ ਜ਼ਿਕਰ ਕਰਨਾ ਹੈ ਮਾਂ ਦੇ ਬਾਰੇ, ਤੇ ਇਹ ਚੀਜ਼ਾਂ ਦੋ ਜਿਹੜੀਆਂ ਨਾ ਕਿ ਹਾਰਟ ਲਾਈਨ ਚਲੀ ਗਈ। ਕਿਸੇ ਵਕਤ ਵੀ ਕਿਸੇ ਕੋਈ ਗੱਲ ਹੋਏ, ਜਦੋਂ ਆਪਣੀ ਬਰਦਾਸ਼ਤ ਤੋਂ ਬਾਹਰ ਹੋਏ, ਮਾਂ ਨੂੰ ਦੱਸੋ ਤੇ ਉਹ ਕਦੀ ਤੁਹਾਨੂੰ ਜੱਜ ਨਹੀਂ ਕਰੇਗੀ। ਬਿਲਕੁਲ। ਤੇ ਇੱਕ ਹੀ ਅਹਿਸਾਸ ਕੇ ਪਿੱਛੇ ਕੋਈ ਦੁਆ ਕਰਨੇ ਵਾਲਾ ਨਹੀਂ ਹੈ। ਹਜ਼ਰਤ मूसा ਦੀ ਗੱਲ ਯਾਦ ਆਨੀ ਕਿ ਜਦੋਂ ਕੋਈ ਦੂਰ ਸੀਗੇ ਤੇ ਬਹੁਤ ਪਰੇਸ਼ਾਨ ਔਰ ਬਹੁਤ ਉਦਾਸ ਸਨ, ਤੇ ਅੱਲਾ ਮੀਆਂ ਨੇ ਪੁੱਛਿਆ ਕਿ ਭਾਈ ਤੂੰ मूसा ਅੱਜ ਕਿਉਂ ਉਦਾਸ ਹੈ? ਤੇ ਕਹਿੰਦਾ ਮੈਨੂੰ ਸਮਝ ਨਹੀਂ ਆਣੀ ਕਿ ਕੀ ਹੈ, ਪਹਿਲੇ ਮੈਂ ਆਣਾ ਸਾਂ ਖੁਸ਼ ਆਣਾ ਸਾਂ। ਤੇ ਅੱਲਾ ਪਾਕ ਨੇ ਕਿਹਾ ਕਿ ਅੱਜ ਤੇਰੀ ਮਾਂ ਤੇਰੇ ਪਿੱਛੇ ਨਹੀਂ ਹੈ, ਜਿਹੜੀ ਤੇਰੀ ਦੁਆ ਕਰ ਰਹੀ ਹੈ, ਇਸ ਤੋਂ ਅੱਜ ਤੂੰ ਉਦਾਸ ਹੈ। ਬਹੁਤ ਸੋਹਣਾ, ਬਹੁਤ ਸੋਹਣਾ। ਥੈਂਕ ਯੂ ਨਿਗਤ। ਕੋਈ ਹੋਰ ਗੱਲ ਕਰਨਾ ਚਾਹੇਗਾ? जी, अनम्यूट कर ले फरहत, अनम्यूट कर ले। पता नहीं, बड़ी डिफिकल्ट सिचुएशन च है। मेरा ना दिल कर रहा है, जिस दिन मैनू सट लगी सी कि मैं फटाफट पहुंच जा। मेरी भैन भी जिहड़ी उत्थे अम्मी दे कोल है दिन रात, ਉਹ बस ਆਪਣਾ ਭੈਣਾਂ ਹੀ ਭੈਣਾਂ ਸ਼ੇਅਰ ਕਰ ਸਕਦੀਆਂ ਨੇ ਇੱਕ ਦੂਸਰੇ ਦੇ ਨਾਲ, ਹੋਰ ਤੇ ਕੋਈ ਸ਼ੇਅਰ ਨਹੀਂ ਕਰ ਸਕਦਾ। ਮੁੰਡੇ ਇੰਨਾ ਆਪਣੇ ਆਪ ਜ਼ਾਹਿਰ ਨਹੀਂ ਕਰਦੇ, ਉਹ ਕਾਫੀ ਬਹਾਦਰ ਹੈਗਾ। ਤੇ ਉਹ ਮੈਨੂੰ ਦੱਸ ਰਹੀ ਸੀ ਕੱਲ ਕਿ ਅੰਮੀ ਬਾਜੀ ਜਿਸ ਤਰ੍ਹਾਂ ਅੰਮੀ ਕਹਿੰਦੀ ਆ ਨਾ, ਮੇਰੀ ਲੱਤ ਦੁਖਦੀ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ। ਜਦੋਂ ਪੇਨ ਚ ਤੜਪਦੇ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ। ਤੇ ਮੈਨੂੰ ਹੌਸਲਾ ਦੇ ਰਹੀ ਸੀ, ਮੈਂ ਕਿਹਾ ਕੋਈ ਗੱਲ ਨਹੀਂ, ਇਨਸ਼ਾਅੱਲਾ ਠੀਕ ਹੋ ਜਾਣਗੇ। ਬਸ ਅਸੀਂ ਚਾਹੁੰਦੇ ਹਾਂ ਕਿ ਮੇਰੇ ਅੰਮੀ ਮਾਸ਼ਾਅੱਲਾ 89 years old ਕਿ ਕਿਸੇ ਦੇ ਮੁਹਤਾਜ ਨਾ ਹੋਣ। ਬਸ ਸਾਰੀ ਉਮਰ ਸਹੀ ਦੁਆ ਮੰਗਦੇ ਰਹੇ ਕਿ ਅੱਲਾ ਮੀਆਂ ਕਿਸੇ ਦੇ ਮੁਹਤਾਜ ਨਾ ਹੋਣ। ਜਾਣਾ ਤੇ ਅਸੀਂ ਸਾਰਿਆਂ ਨੇ ਹੈਗਾ, ਕਿਸੇ ਨੇ ਪਿੱਛੇ ਨਹੀਂ ਰਹਿਣਾ, ਸਭ ਨੇ ਜਾਣਾ। ਲੇਕਿਨ ਸਾਡੀ ਦਾਦੀ ਦਾ ਵੀ ਅਸਰ ਟੁੱਟ ਗਿਆ ਸੀ। ਮੈਂ ਆਪਣੀ ਦਾਦੀ ਨੂੰ ਆਪ ਸੰਭਾਲਿਆ ਹੋਇਆ 5 ਸਾਲ। ਮੈਂ ਛੋਟੀ ਜਿਹੀ ਸੀ ਉਦੋਂ, ਉਮਰ ਮੇਰੀ ਨਹੀਂ ਸੀ, 50 ਸਾਲ ਪਹਿਲੇ ਦੀ ਗੱਲ ਹੈ। ਲੇਕਿਨ ਸਾਡੇ ਅੰਮੀ ਨਾਲ ਵੀ ਹੁਣ ਉਸ ਤਰ੍ਹਾਂ ਹੀ, ਲੇਕਿਨ ਕਾਫੀ ਹਾਰਡ ਹੈ ਬਹੁਤ। ਦੁਨੀਆ ਦੀ ਸਭ ਤੋਂ ਪੇਨਫੁਲ ਚੀਜ਼ ਹੈ, ਇਹ ਤੋਂ ਜ਼ਿਆਦਾ ਪੇਨਫੁਲ ਕੋਈ ਚੀਜ਼ ਹੀ ਨਹੀਂ ਹੈਗੀ। ਮਾਂ ਨੂੰ ਲੂਜ਼ ਕਰਨਾ, रो रो जान चढ़दी हावां दा वा वेला, जीवन रेत जियाए 4 दिनां दा मेल। सो ਇਹ ਤਾਂ ਹੈ, ਅੱਜ ਹੈਗੇ ਆ, ਕੱਲ ਹੈ ਨਹੀਂ। ਲੇਕਿਨ ਇਹਦਾ ਜਿਹੜਾ ਪ੍ਰੋਸੈਸ ਹੈ ਸਹਿਣ ਦਾ, ਇਹਦੇ ਵਿੱਚ ਤਾਂ ਸਾਨੂੰ ਗੁਜ਼ਰਨਾ। ਬਸ ਮੈਨੂੰ ਸਭ ਨੂੰ ਵੱਡਾ ਇਹੀ ਮੈਨੂੰ ਡਰ ਲੱਗਦਾ, ਉਹਨਾਂ ਦੇ ਨਾਲ ਪਾਕਿਸਤਾਨ ਰੋਸ਼ਨ ਹੈ। ਮੈਨੂੰ ਬਸ ਇਹੀ ਲੱਗਦਾ ਕਿ ਉਹਨਾਂ ਦੇ ਨਾਲ ਰੋਸ਼ਨ ਹੈ ਪਾਕਿਸਤਾਨ। ਇਹ ਗੱਲ ਤੇਰੀ ਦਰੁਸਤ ਹੈ, ਇਹ ਗੱਲ ਦਰੁਸਤ ਹੈ। ਰੱਬ ਕਰੇ ਕਿ ਉਹ ਰੋਸ਼ਨ ਰਵੇ, ਸਾਡੀ ਦੁਆ ਹੈ ਕਿ ਉਹ ਰੋਸ਼ਨ ਰਵੇ। ਹੋਰ ਕੋਈ ਗੱਲ ਕਰਨਾ ਚਾਹੇਗਾ? कोई जरूरी नहीं है, जो दिल ना करे तो बेशक नहीं, लेकिन कोई करना चाहे तो जरूर हाथ उठाओ। जी, मैं गल करना चाहांगी। ਸ਼ੁਰੂ ਤਾਂ ਜੀ ਇਹ ਤੇ ਗੱਲ ਹੋਈ ਹੈ ਕਿ ਸਾਡੇ ਕੋਲ ਤਾਂ ਅਲਫਾਜ਼ ਹੀ ਨਹੀਂ ਕਿ ਕਿਸ ਤਰ੍ਹਾਂ ਅਸੀਂ ਮਤਲਬ ਜਿਹੜਾ ਗਮ, ਮਾਂ ਦਾ ਗਮ ਹੈ, ਇਹਦਾ ਤਾਂ ਕੋਈ ਬਿਆਨ ਨਹੀਂ ਕਰ ਸਕਦੇ ਕਿ ਇਹਨੂੰ ਅਸੀਂ ਹਲਕਾ ਕਰੀਏ। ਲੇਕਿਨ ਜਿਹੜੇ ਸਾਰਿਆਂ ਦੀਆਂ, ਕੁਛ ਦੀਆਂ ਮਾਵਾਂ ਚਲੀਆਂ ਗਈਆਂ, ਕੁਛ ਦੀਆਂ, ਮੈਂ ਜਿਸ ਤਰ੍ਹਾਂ ਆਪਣੀ ਮਾਂ ਤੋਂ ਦੂਰ, ਪਾਕਿਸਤਾਨ ਤੋਂ ਦੂਰ ਇੱਥੇ ਬੈਠੀ ਹਾਂ, ਤੇ ਜਿਹੜੀ ਮੇਰੀ ਫੀਲਿੰਗਸ ਨੇ ਜਦੋਂ ਮੈਂ ਉੱਥੇ ਪਾਕਿਸਤਾਨ ਸੀ ਉਸ ਤੋਂ ਬਹੁਤ ਮੁਖਤਲਿਫ ਨੇ।
ਜਦੋਂ ਮੈਂ ਆਪਣੀ ਮਾਂ ਦੇ ਕੋਲ ਸੀ। ਹਮ, ਤੇ ਹੁਣ ਦੂਰ ਹੋਈਆਂ ਨਾ, ਤੇ ਹੁਣ ਪਤਾ ਚੱਲਿਆ ਹੈ ਕਿ ਮਾਂ ਦਾ ਰਿਸ਼ਤਾ ਕੀ ਹੈ, ਮਤਲਬ ਇਹ ਜੇ ਸਮਝ ਆਈ ਹੈ। ਤੇ ਮੈਂ ਨਜ਼ਰ ਜੀ ਨਿਕਲ ਜੀ ਉਹਨਾਂ ਨੇ ਕੀਤਾ ਸੀ ਕਿ ਮੇਰੀ ਅੰਮੀ ਵੀ ਬਿਮਾਰ ਹੋਏ ਥੋੜੇ, ਉਹਨਾਂ ਨੇ ਬਸ ਨਾ ਮੈਨੂੰ ਕਿਹਾ ਕਿ ਤੂੰ ਕਦੋਂ ਆਣਾ ਹੈ, ਮੈਨੂੰ ਨਾ ਚੱਕਰ ਆਉਂਦੇ, ਮੇਰੀ ਤਬੀਅਤ, ਮੈਂ ਮੁੱਕ ਜਾਵਾਂਗੀ ਤਦੋਂ ਆਵੇਂਗੀ ਤੂੰ। ਤੇ ਮੈਂ ਜਿਸ ਹਾਰਡ ਵਕਤ ਵਿੱਚ ਇੱਥੇ ਹਾਂ, ਉਹ ਜਿਹੜਾ ਹਾਰਡ ਵਕਤ ਗੁਜ਼ਰ ਰਿਹਾ ਸੀ, ਮੇਰੇ ਵਾਸਤੇ ਜਾਣਾ ਬੜਾ ਮੁਸ਼ਕਿਲ ਸੀ, ਕਿਉਂਕਿ ਮੈਨੂੰ 10 ਮਹੀਨੇ ਦਾ ਸਕਾਲਰਸ਼ਿਪ ਮਿਲਿਆ। ਔਰ ਉਸ ਦੇ ਦੌਰਾਨ ਅਗਰ ਮੈਂ ਵਾਪਸ, ਜਿਸ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ ਕਿ ਰੈਡ ਲਿਸਟ, ਅਗਰ ਉਸ ਦੌਰਾਨ ਪਾਕਿਸਤਾਨ ਆ ਜਾਂਦਾ ਤਾਂ ਮੈਂ ਵਾਪਸ ਨਹੀਂ ਸੀ ਆ ਸਕਦੀ। ਹਾਏ, ਤੂੰ ਬਹੁਤ ਬੜਾ ਰਿਸਕ ਲਿਆ ਔਰ ਮਾਂ ਵਾਸਤੇ ਲਿਆ। ਤੇ ਯਕੀਨ ਮੰਨੋ, ਮੇਰੇ ਬੱਚੇ, ਮੈਂ ਪਹਿਲੇ ਸਮਝਦੀ ਸੀ ਉੱਥੇ ਜਦੋਂ ਸੀ ਕਿ ਮੇਰੇ ਬੱਚੇ ਸਭ ਤੋਂ ਜ਼ਿਆਦਾ, ਜਦੋਂ ਬੱਚੇ ਹੋ ਜਾਂਦੇ ਉਹ ਸਭ ਤੋਂ ਜ਼ਿਆਦਾ ਮੇਰੇ ਵਾਸਤੇ, ਮੈਂ ਸੋਚਦੀ ਸੀ ਨਾ ਕਿ ਮੈਨੂੰ ਸਭ ਤੋਂ ਜ਼ਿਆਦਾ ਕੌਣ ਪਿਆਰਾ, ਤੇ ਮੇਰੇ ਬੱਚੇ, ਉਸ ਤੋਂ ਬਾਅਦ ਮੇਰੀ ਮਾਂ ਦਾ ਆਉਂਦਾ ਸੀ ਨਾ। ਲੇਕਿਨ ਹੁਣ ਯਕੀਨ ਮੰਨੋ ਕਿ ਮੈਂ ਜਦੋਂ ਇੱਥੇ ਹਾਂ ਤਾਂ ਹੁਣ ਮੈਨੂੰ ਸਭ ਤੋਂ ਪਹਿਲੇ ਆਪਣੀ ਮਾਂ, ਉਸ ਤੋਂ ਬਾਅਦ ਬੱਚੇ। ਤੇ ਮੈਂ ਆਪਣੀ ਮਾਂ ਨੂੰ ਜਦੋਂ ਇਹ ਗੱਲ ਸੁਣੀ ਨਾ, ਮੈਂ ਸਭ ਕੁਝ, ਮੈਂ ਕਿਸੇ ਦਾ ਕੁਝ ਨਹੀਂ ਸੁਣਿਆ, ਮੈਨੂੰ ਸਾਰੇ ਰੁਕਦੇ ਰਹੇ, ਲੇਕਿਨ ਮੈਂ ਕਿ ਜੋ ਵੀ ਹੋਗਾ ਮੈਂ ਜਾਣਾ ਉਹਨਾਂ ਨੂੰ ਦੇਖਣ। ਤੇ ਇਹ ਮਾਂ ਦਾ ਇੱਕ ਜਿਹੜਾ ਰਿਸ਼ਤਾ ਹੈ, ਇਹਦਾ ਤਾਂ ਕੋਈ ਨਾ ਖੂਬਸੂਰਤ ਰਿਸ਼ਤਾ ਦੁਨੀਆ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ। ਔਰ ਅਸੀਂ ਤੁਹਾਡੀ ਤਕਲੀਫ, ਤੁਹਾਡੇ ਗਮ ਨੂੰ ਸਮਝਦੇ ਵੀ ਹਾਂ ਔਰ ਉਸ ਦੇ ਬਰਾਬਰ ਦੇ ਸ਼ਰੀਕ ਹਾਂ। ਅੱਲਾਹ ਤਾਲਾ ਤੁਹਾਨੂੰ ਹਿੰਮਤ ਦੇਵੇ, ਹੌਸਲਾ ਦੇਵੇ ਇਹਨੂੰ ਬਰਦਾਸ਼ਤ ਕਰਨ ਦੀ। ਔਰ ਹੁਣ ਅਸੀਂ ਨਹੀਂ ਕਰ ਸਕਦੇ ਹੋ ਤੁਸੀਂ ਉਹਨਾਂ ਵਾਸਤੇ, ਉਹਨਾਂ ਨੂੰ ਜਿੰਨਾ ਉਹਨਾਂ ਵਾਸਤੇ ਦੁਆ ਕਰੋ, ਉਹਨਾਂ ਨੂੰ ਪੜ੍ਹ ਕੇ ਬਖਸ਼ੋ ਕਿ ਇਹੀ ਚੀਜ਼ ਉਹਨਾਂ ਵਾਸਤੇ ਅੱਗੇ, ਮਤਲਬ ਉਹਨਾਂ ਨੂੰ ਮਰਨ ਤੋਂ ਬਾਅਦ ਉਹਨਾਂ ਦੀ ਸਦਕਾ ਜਾਰੀ, ਔਲਾਦ ਇਹੀ ਚੀਜ਼, ਔਲਾਦ ਮੰਗਣੇ ਜ਼ਿਆਦਾ ਮੇਰੇ ਖਿਆਲ ਇਸ ਵਾਸਤੇ ਹੀ ਹੁੰਦਾ ਕਿ ਔਲਾਦ ਜਿਹੜੇ ਮੰਗਣੇ ਕਿ ਮਰਨ ਤੋਂ ਬਾਅਦ ਉਹ ਯਾਦ ਰੱਖੇ ਤੇ ਉਹ ਪੜ੍ਹ ਕੇ ਬਖਸ਼ੇ। ਅਗਰ ਔਲਾਦ ਬਾਅਦ ਵਿੱਚ ਨਹੀਂ ਆਪਣੇ ਵਾਲਿदैन ਨੂੰ ਪੜ੍ਹ ਕੇ ਬਖਸ਼ਦੀ ਤੇ ਫਿਰ ਉਸ ਔਲਾਦ ਦਾ ਕੋਈ ਫਾਇਦਾ ਨਹੀਂ। ਬਸ ਉਹਨੂੰ ਇਹੀ ਕਹਾਂਗੀ, ਹੁਣ ਤੁਸੀਂ ਸਬਰ ਕਰੋ, ਅੱਲਾਹ ਬਸ ਅੱਲਾਹ ਦੀ ਮਰਜ਼ੀ, ਅਸੀਂ ਵੀ ਜਾਣਾ ਹੈ, ਸਭ ਲੋਕਾਂ ਨੇ ਜਾਣਾ ਹੈ, ਮਗਰ ਤਕਲੀਫ ਵਾਕਈ ਬਹੁਤ ਬੜੀ ਹੈ। ਔਰ ਤੁਸੀਂ ਉਹਨਾਂ ਵਾਸਤੇ ਜੋ ਚਾਹੁੰਦੇ ਸਨ ਤੁਸੀਂ, ਉਹ ਉਹਨਾਂ ਦੀ ਖਾਹਿਸ਼ਾਤ ਜਿਹੜੀਆਂ ਜ਼ਿੰਦਗੀ ਵਿੱਚ ਨਹੀਂ ਪੂਰੀਆਂ ਕਰ ਸਕੇ, ਉਹ ਤੁਸੀਂ ਕਰੋ ਤਾਂ ਕਿ ਉਹਨਾਂ ਦੀ ਰੂਹ ਨੂੰ ਸਵਾਬ ਮਿਲੇ, ਖੁਸ਼ੀ ਹੋ। बहुत शुक्रिया रुखसाना, बहुत शुक्रिया। हाँ जी, कोई और कहना चाहेगा कुछ? मैं कहना चाहूँ जी जी, ओके, पहले लुबना फिर मुबसरा। शगुफ्ता, मैं ही कहांगी कि मामा का साथ एक ऐसी चीज है, फिजिकली अगर तुहाडे कोल नहीं जे ना, ਉਹਨਾਂ ਦਾ ਸਾਥ ਨਹੀਂ ਛੁੱਟਦਾ ਕਦੇ ਵੀ। ਉਹ ਇਸ ਦੁਨੀਆ ਤੇ ਨਹੀਂ ਰਹੇ ਬਸ, ਪਰ ਉਹ ਤੁਹਾਡੇ ਨਾਲ ਜੇ। बिल्कुल। और मे भी ਤੁਹਾਨੂੰ ਲੱਗੇ ਉਹ ਜ਼ਿਆਦਾ ਨਜ਼ਦੀਕ ਨੇ। ਜਿਸ ਵਕਤ ਚਾਹੋ ਉਹਦੇ ਨਾਲ ਗੱਲ ਕਰੋ। ਸਾਡੀ ਨਾਨੀ ਅੰਮਾ ਜਿਹੜੇ ਨੇ, ਮੈਂ 90 ਦੇ ਕਰੀਬ ਸਨ ਜਦੋਂ ਫੌਤ ਹੋਏ ਨੇ। ਔਰ ਸਾਡੀ ਅੰਮੀ ਜਿਹੜੇ ਨੇ ਉਸ ਵਕਤ ਉਹਨਾਂ ਦੇ ਕੋਲ ਨਹੀਂ ਸਨ, ਕਿਉਂਕਿ ਸਾਡੇ ਡੈਡੀ ਨੂੰ ਫੌਜ ਦਾ ਅਟੈਕ ਹੋ ਗਿਆ ਸੀ, ਹਾਂਗਕਾਂਗ ਆਏ ਹੋਏ ਸਨ, ਉਹ ਫੌਤ ਹੋਏ। ਮਤਲਬ ਉਸ ਟਾਈਮ ਤੇ ਅੰਮੀ ਨਹੀਂ ਸੀ, ਉਸ ਤੋਂ ਬਾਅਦ 2 ਦਿਨ ਬਾਅਦ ਅੰਮੀ ਗਏ ਸਨ। ਤੇ ਅੰਮੀ ਨੂੰ ਉਦੋਂ ਡਿਪਰੈਸ਼ਨ ਹੋ ਗਿਆ, ਹਾਲਾਂਕਿ ਉਹਨਾਂ ਦੀ ਵਾਲਦਾ ਕਿਤਨੀ, ਪਰ ਅੰਮੀ ਸਾਡੀ ਇੱਕੋ ਇੱਕ ਬੇਟੀ ਸੀ ਉਹਨਾਂ ਦੀ। ਔਰ 1 ਸਾਲ ਤੱਕ ਅੰਮੀ ਨੂੰ ਕਹਿੰਦੇ ਹੁੰਦੇ ਸਨ, ਕਹਿੰਦੇ ਨੇ ਅਸੀਂ ਮਾਵਾਂ ਧੀਆਂ ਲੜਦੀਆਂ ਵੀ ਹੁੰਦੀਆਂ ਸਾਂ, ਪਰ ਮੈਨੂੰ ਕਦੇ ਇਹ ਨਹੀਂ ਸੀ, ਮਤਲਬ ਮੇਰੀ ਮਾਂ ਹੀ ਮਾਂ ਸੀ, ਇੱਕ ਰਿਸ਼ਤਾ ਦੁਨੀਆ ਤੇ। ਮੇਰਾ ਬਾਪ, ਮੇਰੀ ਭੈਣ ਭਰਾ, ਹਰ ਰਿਸ਼ਤਾ ਮੇਰਾ ਉਹਦੇ ਚ ਸੀ। ਤੇ ਮੈਨੂੰ ਤੇ ਇਹ ਨਹੀਂ ਲੱਗਦਾ ਸਿਰਫ ਮੇਰੀ ਮਾਂ ਗਈ ਦੁਨੀਆ ਤੋਂ, ਮੇਰਾ ਤੇ ਹਰ ਰਿਸ਼ਤਾ ਖਤਮ ਹੋ ਗਿਆ। ਪਰ ਉਹ ਹਲੇ ਤੱਕ ਜਿਹੜੇ ਨੇ ਆਪਣੀ ਮਾਂ ਦੀਆਂ ਗੱਲਾਂ ਇੰਨੀਆਂ ਕੁ ਕਰਦੇ ਨੇ ਕਿ ਉਹਨਾਂ ਨੂੰ, ਮੈਨੂੰ ਸਮਟਾਈਮ ਇਹ ਲੱਗਦਾ ਕਿ ਉਹਨਾਂ ਨੂੰ ਨਹੀਂ ਫੀਲ ਹੁੰਦਾ ਕਿ ਫਿਜ਼ੀਕਲੀ ਨਹੀਂ ਨੇ। ਤੇ ਇਸ ਵਾਸਤੇ ਮੈਂ ਤੁਹਾਨੂੰ ਵੀ ਇਹ ਕਹਾਂਗੀ, ਉਹ ਫਿਜ਼ੀਕਲੀ ਨਹੀਂ ਜੇ, ਪਰ ਉਹ ਤੁਹਾਡੇ ਕੋਲ ਹਰ ਵਕਤ ਤੋਂ ਜ਼ਿਆਦਾ ਜੇ। बिल्कुल बिल्कुल, सोनी गल की लुबना, बहुत ही अच्छी गल की। थैंक यू सो मच जी। मुबसरा जी। शगुफ्ता जी, मेरे पास अल्फाज नहीं है। मैं इस दुख को जानती, मैं भी अपनी माँ को खोया था। अगर आप मेरे पास होती, मैं आपको अपने पास ले आती, जैसे शाजिया को मैं अपने पास ले आई थी। थैंक यू।
हौसला करो मुबसरा, हौसला करो। कल मेरी बुआनी का इंतकाल हो गया। ओहो, सो सॉरी मुबसरा। बस सब कुछ याद आ गया, सब कुछ याद आ गया। मेरी अम्मी सिर्फ 68 इयर्स ओल्ड थी जब वो फौत हुई, और उनको पैनक्रियाटिक कैंसर था। ओह, और वो ऐसा जालिम कैंसर है जो उस वक्त जाहिर होता है जब वो बिल्कुल अपना सारा काम कर चुका होता है। उनके साथ भी ऐसे ही हुआ बस। बहुत अफसोस, बहुत अफसोस। और वो कहती होती थी ना, जैसे कि किसी की मोहताजी ना आए। 5 महीने और चलती फिरती चली गई। तो आप हौसला करें, वो आपकी यादों में हमेशा रहेंगी। और जब भी कोई बात होती है, ख्वाब आते हैं, और वो आती हैं, मेरी अम्मी तो आती हैं। आजा शाजिया। अस्सलाम वालेकुम शगुफ्ता, सॉरी मैंने तो आपको बिल्कुल नहीं कहा क्योंकि मेरे में हिम्मत नहीं हो रही ना कॉल करने की ना मैसेज करने की। शाजिया, मैं और तुम एक ही कश्ती के, मेरी जान तुम मेरी बहन हो। और अब तक जो आपने एक मैं एक लफ्ज समझ बोला है वही सब कुछ जो है इस टाइम मैं फेस कर रही हूँ। मैं यहाँ पे मौजूद हूँ इसीलिए कि मैं ये सब कुछ फेस कर रही थी और मेरी अम्मी ने अपने हाथ नीचे रख दिए थे कि जाओ तुम उड़ जाओ, हाँ इस चीज को अब तुम फेस मत करना, क्योंकि अम्मी हाँ, का इन-लॉज एक उन्होंने मुझे उससे निकाल दिया वो तुम्हारे लिए कि तुम कुर्बानी। बर्दाश्त मत करो। बिल्कुल मेरी ये मैं बेटी यहाँ पे हूँ ने और यही वो कहा बिल्कुल कि सेम। और तकलीफ ये थी उनको कि मैं अकेली हूँ और जिस तरह उन्होंने मुझे पाला था मुझे अलग नहीं कर सकती। आए और जब वो यहाँ आई थी मेरे पास तो मुझे कहती थी बस बच्चियां कल ये याद कर रही थी कि वो हर वक्त जहाँ खड़ी होती थी हमारे हाथ क्यों पकड़े रहती थी, मेरे साथ सोती तो हाथ क्यों पकड़ती थी। मैंने कहा उन्हें ये लगता था शायद मैं आखिरी दफा मिल रही हूँ। और जो बात आप बता रही हो ना कि बहुत एहतियात, इवन के हमें कॉल कर करके कह रही थी मास्क लेके जाना, फातिमा फामिया दुआ याद कर ली है, वहां पे ज्यादा मसाइल हैं, तुम लोग अपना बच्चे को ख्याल रखना, घर से नहीं निकलती थी। तो जो मेरे से छोटा है लेकिन सबसे बड़ा भाई है उसकी बर्थडे थी 2 मार्च को, और छोटे भाई जिसके साथ अम्मी रहती थी उस अम्मी को जाने नहीं दिया कि अम्मी हम आपको भी संभाल के रख रहे हैं, दुनिया और टाइम पड़े हैं, आप किसी और टाइम सेलिब्रेट करना। गुफ्ता जी एंड शाजिया जी और बाकी सबको भी यही कहूंगी, स्पेशली को ये कहूंगी कि हिम्मत नहीं हारनी, मेक योर मदर्स प्राउड। चले तो वो गई हैं, जाना तो एक दिन था, जो पैदा होने का भी टाइम है और जाने का भी एक टाइम है। तो इसीलिए अपने आप को मजबूत करें, हिम्मत करें, काफी आपके पास यादें हैं टू गो गेट ऑन विद लाइफ। ताकि ऐसे ऐसे रोए नहीं, आपकी मॉम को अच्छा नहीं लगेगा कि आप रो रहे हैं, आप दिल हार बैठे हैं, हिम्मत हार बैठे हैं। चलते चलें, इट इज वेरी हार्ड, इमोशनल होता है बंदा। और जो उन्होंने बात की ना कि फ्यूनरल पे, वाकई वो चीज मेरे दिल को भी छूती है कि अफसोस करने आए हैं या गप्पे मारने आए हैं। वो बहुत हर्ट होती है चीज कि आप मेरे दुख में शामिल हो या अपनी गॉसिप करने आए हो। आई थिंक इट्स अ वेरी बैड थिंग कि जिस पे गुजर रही होती है वो चाहता है कि कोई मेरे से तसल्ली की बातें करे बजाय कि दुनियादारी की। वो तो हम करते ही रहते हैं, बट दिस इज हाउ सोसाइटी इज एंड दैट्स हाउ लाइफ इज। और जब फर्स्ट एक्सपीरियंस होता है बहुत बुरा लगता है, आपको बहुत दुख होता है कि यार मेरा तो अपना चला गया और सारे इतना लाइक गप्पे मार आप ही रहे हैं, और आप पे जो गुजरती है वो आप पे ही गुजरती है। मेरी दुआ यही है कि आप दोनों के खानदानों को खुदावंद तसल्ली दे, अपनी पनाह में रखे। टफ टाइम है लेकिन खुदावंद ही तसल्ली देगा, बिकॉज उसका काम है, हम तो एक दूसरे को अल्फाजों से देंगे, बट इनर पीस है, जो इनर स्ट्रेंथ है, गॉड विल प्रोवाइड एंड ही श्योरली विल प्रोवाइड आप दोनों के लिए। सब दा बहुत बहुत शुक्रिया। मैनू सब दे वॉइस नोट भी आए, मैसेज भी आए,
ਉਹ ਸਾਡੇ ਸਟੱਡੀ ਗਰੁੱਪ ਤੇ ਵੀ ਔਰ ਮੈਨੂੰ ਪਰਸਨਲ ਵੀ ਮੈਂ ਸਭ ਦੀ ਬਹੁਤ ਗ੍ਰੇਟਫੁਲ ਹਾਂ। ਤੁਸੀਂ ਮੇਰੇ ਦੁੱਖ ਦੇ ਨਾਲ ਮੇਰੇ ਨਾਲ ਮੋਢੇ ਬਨ ਕੇ ਖਲੋਤੇ, ਮੈਨੂੰ ਮੋਰਲ ਸਪੋਰਟ ਦਿੱਤੀ, ਇਮੋਸ਼ਨਲ ਸਪੋਰਟ ਦਿੱਤੀ ਔਰ ਮੈਨੂੰ ਅੱਜ ਦੇ ਦਿਹਾੜੇ ਇਸ ਕਾਬਲ ਕੀਤਾ ਕਿ ਮੈਂ ਤੁਹਾਡੇ ਨਾਲ ਕੁਝ ਦੇਰ ਬੈਠ ਕੇ ਇੰਝ ਹੀ ਜਿਵੇਂ ਤੁਹਾਡੇ ਸਾਰਿਆਂ ਨਾਲ गले मिल के अपने दिल दा बोझ हल्का कर रही हूं। बस 11 साल हो गए मेरे वालिद साहब की डेथ नूं। मैं 2-3 साल डिप्रैशन च उदों रही सां और मेरी माँ उदों मेरे नाल सी। कई चीज़ां खानदाना च हुंदियां साडे एशियन फैमिलीज़ च, पर मैनू एक फिर भी एक सी कि नहीं, मैं एक आस सी कि अम्मी, हाय अम्मी बेवा हो गए, हाय अम्मी दा साथ चला गया। मैं मेरियां भैनां मेरे तो 2 मतलब छोटियां ने, मैं भैनां च वड्डी हां और मैं भरावां तो 3 भरावां तो छोटियां। ते मैं फिर अपनी मां दी सहेली बन गई, मां दी भैन भी बन गई, क्योंकि मेरी खाला कोई जिंदा नहीं सी, मेरी नानी जिंदा नहीं सी। ते फिर होनियां कई चीज़ां हुईयां और हर चीज़ नूं लैके मैं अपनी मां दी प्रोटैक्टर भी बन गई। वो जिहड़ी गल ज़हन च सोचदे सी वो भी मेरे दिमाग च आ जांदी सी, जिहड़ी उन्हां ने अगे सोचनी कहनी हुंदी सी वो भी। और बस एक आस सी कि इस साल जाना पाकिस्तान, जावांगी, मिलांगी अम्मी नाल, ते एक वो जफ्फी पान दी ठंड भी महसूस करदी सां इत्थे बैठ के ख्यालां च भी। और बड़ियां चीज़ां दे इशू होए जिस तरह साडियां एशियन फैमिलीज़ च हुंदियां। इस दे बावजूद मैं ना मेरे ते कई चीज़ां दे ईगो इशूज़ और सोशल इशूज़ भरावां होण दी वजह नाल जिहड़ा साडा एक ट्रेडिशनल फैमिली सैटअप हुंदे ने, और ओहदे विच मेरे ते भरावां दे घरां दे दरवाजे भी बंद होए। मैं फिर भी बाहर जाके मां दे आस च उन्हां दे गेटां ते खलो गई। मेरी सैल्फ रिस्पैक्ट नूं मिट्टी नाल मिलाया। मैं फिर भी कहंदी सा मेरी मां है, मैं मिलना। फिर मैं उन्हां दे नाल उन्हां नूं स्ट्रेंथ देण लई लड़ भी पैंदी सा उन्हां नाल कि तुसी क्यों कमजोर हो। वो कहंदे सी मेरे सिर दा साई नहीं रह गया। तानू नहीं पता मज अपने पता नहीं उन्हें की कहंदे ने अपनी खुंडी ते अपने पता नहीं उन्हें की कहंदे ने कि ओदे ते हुंदी है। मैं उन्होंने हमेशा मॉरल और इमोशनल और स्ट्रेंथ देने की कोशिश की थी। मैं और मेरी छोटी भैन गुलरेज जड़ी HOD है गुजरांवाला पोस्ट ग्रेजुएट कॉलेज की, और असी दोनों भैन इतनियां बुरियां बनियां। मतलब अगर कोई I must say this in front of this forum कि जेड़ी भैन और जेड़ी मां दी बेटी राइट गल वास्ते स्टूड अप करेगी, अपनी ही मां दी स्ट्रेंथ बनन दी, ओ मैं ते मेरी भैन सानू
ਸਾਨੂੰ ਕਹਿੰਦੇ ਨੇ ਨਾ ਇੰਜ, ਇਹ ਲਫ਼ਜ਼ ਹੁੰਦਾ ਕਿ ਤੁਹਾਨੂੰ ਮੁੱਠੀ ਚ ਪਾ ਕੇ ਮਸਲ ਦੇਣਾ। ਸਾਡੇ ਨਾਲ ਉਹ ਵੀ ਹੋਇਆ, ਪਰ ਸਾਨੂੰ ਇੱਕ ਆਸ ਸੀ, ਨਹੀਂ ਸਾਡੀ ਅੰਮੀ ਜੀ ਦੇ ਨਾਲ ਹੈ। ਅੰਮੀ ਨੂੰ ਡਾਇਬੈਟਿਕ ਸਨ, ਉਹਨਾਂ ਨੇ ਖੁਦ 6 ਜਮਾਤਾਂ ਪੜ੍ਹੀਆਂ, ਉਹਨਾਂ ਨੇ ਸਾਨੂੰ ਜਿਹੜਾ ਪੜ੍ਹਾਇਆ, ਜਿਹੜੀ ਸਾਨੂੰ ਉਹਨਾਂ ਦੀ ਤਾਲੀਮ ਦੇਣ ਨਾਲ ਸ਼ਾਉਰ ਆਇਆ, ਔਰ ਉਹ ਜਿਹੜਾ ਪ੍ਰਾਊਡ ਫੀਲ ਕਰਦੇ ਸੀ ਕਿ we were the girls of entire family who went universities। ਮੇਰੇ ਨਾਨਕਿਆਂ ਦਾਦਕਿਆਂ ਚੋਂ ਅਸੀਂ ਪਹਿਲੀਆਂ ਕੁੜੀਆਂ ਸੀ ਜਿਹੜੀਆਂ ਪੰਜਾਬ ਯੂਨੀਵਰਸਿਟੀ ਚ ਗਈਆਂ, ਔਰ ਉਹਦੇ ਚ ਸਾਡੇ ਵਾਲਿਦ ਦੀ ਵਿਜ਼ਨ ਤੇ ਸੀ, ਬਟ ਉਹਦੇ ਚੋਂ ਵਾਲਿਦ ਤੋਂ ਜ਼ਿਆਦਾ ਸਾਡੀ ਮਾਂ ਦਾ ਐ ਸੀ ਕਿ ਸਾਡੀ ਮਾਂ ਨੇ ਸਾਡੇ ਵਾਸਤੇ ਮਤਲਬ ਹਰ ਤਰ੍ਹਾਂ ਦੀ ਸਪੋਰਟ, ਹਰ ਤਰ੍ਹਾਂ ਦੀ ਸਪੋਰਟ, ਔਰ ਸ਼ੀ ਵਾਸ ਸੱਚ ਅ ਸੈਲਫਲੈਸ ਲੇਡੀ ਕਿ ਉਹਨਾਂ ਦੀ ਅਸੀਂ ਸੋਚਨੀ ਹਾਂ ਕਿ ਜਿਸ ਤਰ੍ਹਾਂ ਹੁਣ 80 ਮਦਰਸ ਹੈ ਤੇ ਸਾਨੂੰ ਸ਼ੌਕ ਹੈ। ਸ਼ੀ ਵਾਸ ਵੈਰੀ ਗ੍ਰੇਸਫੁਲ ਲੇਡੀ, ਲੇਕਿਨ ਉਹਨਾਂ ਦੇ ਸਾਹਮਣੇ 3 ਧੀਆਂ ਸਨ। ਉਹ 3 ਧੀਆਂ ਦੇ ਅੰਦਰ ਖਾਤੇ ਪੇਟੀਆਂ 'ਚ ਜਹੇਜ਼ ਵੀ ਬਣਾ ਰਹੇ ਸਨ, ਉਹ 3 ਧੀਆਂ ਨੂੰ ਪੜ੍ਹਾ ਵੀ ਰਹੇ ਸੀ। ਉਹ 3 ਧੀਆਂ ਦੀਆਂ ਸਹੇਲੀਆਂ, ਕਿ ਮੇਰੀਆਂ ਬੇਟੀਆਂ ਸਹੇਲੀਆਂ ਦੇ ਸਰਕਲ 'ਚ ਜਾਂ ਅਸੀਂ ਲਾਹੌਰ ਕਾਲਜ ਦੇ ਸਰਕਲ 'ਚ ਜਾਣਾ, ਤੇ ਸਾਡਾ 3 ਭੈਣਾਂ ਦਾ ਮਸ਼ਹੂਰ ਸੀ ਪੂਰੇ ਕਾਲਜ। ਅਸੀਂ ਸਕੂਲ 'ਚ ਵੀ ਟ੍ਰਿਪਲ ਸਿਸਟਰਸ, ਔਰ ਅਸੀਂ ਕਾਲਜ 'ਚ ਵੀ ਸਭ ਸਾਨੂੰ ਬੈਂਜਮਨ ਸਿਸਟਰਸ ਕਹਿੰਦੀਆਂ ਹੁੰਦੀਆਂ ਸੀ। ਤੇ ਅਸੀਂ ਇੰਨੀਆਂ ਆਊਟਸਟੈਂਡ ਕਰਦੀਆਂ ਸੀ ਕਿਉਂਕਿ ਸਾਡੀ ਮਾਂ ਸਾਡੀ ਡਰੈਸਿੰਗ ਦਾ, ਜੁੱਤੀਆਂ ਦਾ, ਮੈਂ ਹੈਰਾਨ ਹਾਂ ਕਿ ਉਹ ਕਿਸ ਤਰ੍ਹਾਂ ਮੈਨੇਜ ਕਰ ਲੈਂਦੇ ਸੀ ਕਿ ਇੱਕ ਜ਼ਮੀਨ ਦਾ ਠੇਕਾ ਨਾ ਸਾਲ ਬਾਅਦ, ਤੇ ਇੱਕ ਮੇਰੇ ਵਾਲਿਦ ਦੀ ਹੱਕ ਹਲਾਲ ਦੀ, ਇੱਕ ਆਫਿਸਰ ਦੀ ਤਨਖਾਹ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਪਾਕਿਸਤਾਨ 'ਚ ਹੋਏਗੀ। ਬਟ ਅਸੀਂ ਇਸ ਤਰ੍ਹਾਂ, ਮਤਲਬ ਮੈਂ ਦੱਸ ਰਹੀ ਹਾਂ ਕਿ ਤੁਸੀਂ ਇੱਥੋਂ ਅੰਦਾਜ਼ਾ ਕਰ ਲਓ ਕਿ ਲਾਹੌਰ ਕਾਲਜ 'ਚ ਅਸੀਂ ਬੈਂਜਮਨ ਸਿਸਟਰਸ ਮਸ਼ਹੂਰ ਸਾਂ। ਔਰ ਫਿਰ ਅਸੀਂ ਬਾਕੀ ਕੋ-ਕਰਿਕੂਲਰ ਉਹ 'ਚ ਸਾਡੀ ਮਾਂ ਦਾ ਇੰਨਾ ਹੱਥ ਸੀ। ਔਰ ਫਿਰ ਸਾਡੀਆਂ ਮੇਰੀਆਂ ਹੁਣ ਜਿਹੜੀਆਂ ਸਕੂਲ ਫੈਲੋ फ्रेंड्स सन, वो अफसोस करदियां, कहती हैं शगुफ्ता आंटी की मोहब्बत हमें स्कूल टाइम से याद है, क्योंकि हम लोग बाद च असीं जांदे सां अकैडमी च FSC ਦੀ ਤਿਆਰੀ ਕਰਨ, ਤੇ ਉਹ ਅਕੈਡਮੀ ਤੋਂ ਬਾਅਦ ਨਾ ਸਾਰੀਆਂ ਕਹਿੰਦੀਆਂ ਹੁੰਦੀਆਂ ਸੀ यार शगुफ्ता के घर ना कंबाइन स्टडी कर लेते हैं, क्योंकि ना शगुफ्ता की अम्मी की तो खाने इतने मजेदार होते हैं, और शगुफ्ता के घर में कभी खाना खत्म ही नहीं हुआ। जिस टाइम ते कोई आ जाता सी मेरी अम्मी इंज ओदे अगे कि बच्चियां पढ़दियां पईयां। और आज भी मेरी एक फ्रेंड कहती मुझे आंटी के हाथ का पका हुआ कीमा आलू आज भी शगुफ्ता याद है। और मतलब उन्होंने मोहब्बत ही दी कि हर बंदा फैमिली एंड आउटसाइड द फैमिली, मतलब मेरे भरावां दे दोस्त या मैं साड़ियां सहेलियां, वो कहनियां सी कि सबसे ज्यादा हमसे ही प्यार करती थी आंटी। हर बंदा, हुन मेरी बेटी दस रही है मामा एवरीबॉडी वाज सेइंग कि नानू का वो सबसे फेवरेट है, लेकिन नानू एक प्यार और खलूस का इतना बड़ा समंदर थी। आई एम सो थैंकफुल यू गेव मी दिस प्लेटफॉर्म। और मैं थोड़ी सब दी ये साडा जेड़ा प्लेटफॉर्म है ऑक्सफोर्ड दी सब, मैं इन्हां थैंकफुल है बहुत ज्यादा। थैंक यू नज़र जी, स्पेशली वेलकम मेरी जान, वेलकम शगुफ्ता। बहुत प्यारी बातें की हैं सबने। मैं आखिर में ट्रिब्यूट देती हूँ शगुफ्ता की अम्मी को, शाजिया की अम्मी को, शाह हुसैन की 2 लाइनों से। माए नी मैं किनू आखा, माए नी मैं किनू आखा, दर्द विछोड़े दा हाल, दुखां दी रोटी सूलां दा सालन, दुखां दी रोटी सूलां दा सालन, आहीं दा बालन बाल, सूला मार दीवानी कीती। ਇਹ ਜਿਹੜਾ ਪ੍ਰੋਸੈਸ ਹੈ ਨਾ ਗ੍ਰੀਵਿੰਗ ਦਾ, सूला मार दीवानी कीती, बिरहों पिया साडे ख्याल, माए नी मैं किनू आखां, दर्द विछोड़े दा। रब ਤੁਹਾਨੂੰ ਸਬਰ ਦੇਵੇ, ਤੁਹਾਨੂੰ ਤੇ ਤੁਹਾਡੀ ਫੈਮਿਲੀ ਲਈ ਬਹੁਤ ਸਾਰੀਆਂ ਦੁਆਵਾਂ। ਸਬਰ। थैंक यू सो मच।